ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਜਮਾਤ 10ਵੀਂ ਦੁਹਰਾਈ ਨਵੰਬਰ ਨਮੂਨਾ ਪ੍ਰਸ਼ਨ ਪੱਤਰ ਗਣਿਤ 2020-2021। ਪਿਆਰੇ ਵਿਦਿਆਰਥੀਓ, ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਪ੍ਰਸ਼ਨ ਪੱਤਰ ਦਾ ਪੈਟਰਨ ਹੈ ਜਿਹੜਾ ਉਹ ਬਦਲ ਗਿਆ ਹੈ। ਸਾਲਾਨਾ ਪ੍ਰੀਖਿਆ ਵੀ ਇਸ ਨਮੂਨਾ ਪ੍ਰਸ਼ਨ ਪੱਤਰ ਦੇ ਅਨੁਸਾਰ ਹੀ ਹੋਣੀ ਹੈ ਤੇ ਤੁਹਾਡੀ ਦਸੰਬਰ ਪ੍ਰੀਖਿਆ ਜਿਹੜੀ ਆਫਲਾਈਨ ਹੋਣੀ ਹੈ ਉਹ ਵੀ ਇਸ ਪ੍ਰਸ਼ਨ ਪੱਤਰ ਦੇ ਪੈਟਰਨ ਦੇ ਅਨੁਸਾਰ ਹੋਣੀ ਹੈ। ਤਾਂ ਆਪਾਂ ਇਸ ਵੀਡੀਓ ਦੇ ਵਿੱਚ ਇਹ ਨਮੂਨਾ ਪ੍ਰਸ਼ਨ ਪੱਤਰ ਦੇ ਇੱਕ ਅੰਕਾਂ ਵਾਲੇ ਪ੍ਰਸ਼ਨਾਂ ਤੇ ਚਰਚਾ ਕਰਦੇ ਹਾਂ। ਭਾਗ ਊੜਾ ਵਿੱਚ ਇੱਕ ਅੰਕ ਵਾਲੇ ਪ੍ਰਸ਼ਨ ਹੋਣਗੇ, ਯਾਨੀ ਕਿ ਪਹਿਲੇ ਪ੍ਰਸ਼ਨ ਦੇ 16 ਭਾਗ ਜਿਹੜੇ ਹੋਣਗੇ ਉਹ ਬਹੁ ਵਿਕਲਪੀ ਉੱਤਰਾਂ ਵਾਲੇ ਹੋਣਗੇ। ਉਹਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਤੇ ਉਹਦਾ ਪਹਿਲਾ ਹੀ ਭਾਗ, ਦਿੱਤੇ ਗੁਣਨਖੰਡ ਰੁੱਖ ਵਿੱਚ ਅਗਿਆਤ ਸੰਖਿਆ ਕੀ ਹੋਏਗੀ। ਤਾਂ ਇਹ ਉਲਟਾ ਗੁਣਨਖੰਡ ਰੁੱਖ ਹੁੰਦਾ ਹੈ। ਆਪਾਂ ਟਾਹਣੀਆਂ ਵੱਲੋਂ ਹੇਠਾਂ ਤੋਂ ਚੱਲਣਾ ਹੈ, ਹੇਠਾਂ ਤੋਂ ਚੱਲਦੇ ਜਾਓ। 2 ਗੁਣਾ 3 ਇਹ 6 ਬਣਦਾ ਹੈ। ਇੱਧਰ ਇੱਕ ਖਾਲੀ ਸਥਾਨ ਹੈ, ਉਧਰ 2 ਹੈ, ਪਰ ਬਣਿਆ ਪਿਆ 10। ਚਾਹੇ ਤਾਂ 10 ਵੰਡ 2 5 ਕਹਿ ਲਓ, ਜਾਂ ਸੋਚੋ ਵੀ ਇੱਥੇ ਕਿਹਦੇ ਨਾਲ 2 ਨੂੰ ਗੁਣਾ ਕਰਕੇ 10 ਬਣੂ, ਤਾਂ ਆਪਾਂ 5 ਨੂੰ ਗੁਣਾ ਕਰਕੇ 2 ਨਾਲ ਇਹ 10, ਕਿਉਂਕਿ ਇਹਦਾ ਨਾਮ ਗੁਣਨਖੰਡ ਰੁੱਖ ਹੈ। ਅਸੀਂ ਗੁਣਨਖੰਡ ਪੂਰੇ ਕਰਨੇ ਆ। ਤਾਂ ਪਿਆਰੇ ਵਿਦਿਆਰਥੀਓ, ਆਪਸ਼ਨ ਸੀ ਹੈ ਇਹਦੇ ਲਈ ਸਹੀ ਜਵਾਬ ਹੈ। ਇਸੇ ਹੀ ਪ੍ਰਸ਼ਨ ਦਾ ਦੂਸਰਾ ਭਾਗ, ਜੇਕਰ p of x equals to ax square plus bx plus c ਦੋ ਘਾਤੀ ਬਹੁਪਦ ਹੈ, ਇਹ ਐਕਚੁਅਲੀ ਵਿਆਪਕ ਰੂਪ ਦਾ ਦੋ ਘਾਤੀ ਬਹੁਪਦ ਹੈ, ਤਾਂ -b over a ਦਾ p of x ਦੇ ਸਿਫਰਾਂ ਨਾਲ ਕੀ ਸੰਬੰਧ ਹੁੰਦਾ ਹੈ। ਤਾਂ ਜਿਹੜਾ -b ਬਟੇ a ਹੈ ਇਹ ਸਿਫਰਾਂ ਦਾ ਜੋੜਫਲ ਹੁੰਦਾ ਹੈ। ਇੱਥੇ ਜਿਹੜੀ ਆਪਸ਼ਨ ਸੀ ਹੈ ਉਹ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 1 ਦਾ ਹੀ ਭਾਗ ਤੀਸਰਾ, ਇਹ ਚੌਥਾ ਗਲਤ ਹੈ। ਦਿੱਤੇ ਚਿੱਤਰ y ਬਰਾਬਰ ਹੈ p of x ਦੇ ਆਲੇਖ ਲਈ ਸਿਫਰਾਂ ਦੀ ਗਿਣਤੀ ਕਿੰਨੇ ਹੋਏਗੀ। ਇਹ ਹੈ ਜੀ ਗ੍ਰਾਫ ਲਾਈਨ, ਇਹ ਹੈ x ਧੁਰਾ। ਗ੍ਰਾਫ ਲਾਈਨ x ਧੁਰੇ ਨੂੰ ਕਿਤੇ ਵੀ ਨਹੀਂ ਕੱਟਦੀ। ਜਦੋਂ ਕੱਟਦੀ ਨਹੀਂ ਤਾਂ ਸਿਫਰਾਂ ਦੀ ਗਿਣਤੀ ਕੋਈ ਵੀ ਨਹੀਂ ਦਾ ਮਤਲਬ ਸਿਫਰਾਂ ਦੀ ਗਿਣਤੀ 0, ਯਾਨੀ ਕਿ ਇਹ ਆਪਸ਼ਨ ਹੈ ਜਿਹੜੀ ਸਹੀ ਜਵਾਬ ਹੈ। ਭਾਗ ਚੌਥਾ, ਜੇਕਰ k, 3 ਦਿੱਤੀ ਗਈ ਸਮੀਕਰਨ x - y + 1 ਬਰਾਬਰ 0 ਦਾ ਇੱਕ ਹੱਲ ਹੈ, ਤਾਂ k ਦਾ ਮੁੱਲ ਪਤਾ ਕਰੋ। ਇਹ ਬ੍ਰੈਕਟ ਦੇ ਵਿੱਚ ਜਿਹੜਾ ਪਹਿਲਾ ਮੁੱਲ ਹੈ ਉਹ ਭੁਜ ਹੈ, ਦੂਸਰਾ ਕੋਟੀ ਹੈ, ਯਾਨੀ ਕਿ x ਦੀ ਥਾਂ ਤੇ ਸਮੀਕਰਨ ਦੇ ਵਿੱਚ ਅਸੀਂ ਜੇ k ਲਿਖ ਦਈਏ, ਉਸ ਤੋਂ ਬਾਅਦ -y ਦੀ ਥਾਂ ਤੇ ਇਹ ਵਾਲਾ ਮੁੱਲ ਕੋਟੀ ਦਾ 3 ਲਿਖ ਦਈਏ, +1 ਆਲਰੇਡੀ ਹੈਗਾ = 0। k ਖੱਬੇ ਪਾਸੇ ਰੱਖਾਂਗੇ -3 ਤੇ ਪਲੱਸ ਦਾ 1, ਇਹ ਖੱਬੇ ਪਾਸੇ ਹੀ ਮਾਈਨਸ ਵਾਲੇ 2 ਬਣ ਜਾਣਗੇ ਤੇ ਉਧਰ ਜਾ ਕੇ ਇਹ ਪਲੱਸ ਵਾਲੇ 2 ਬਣ ਜਾਣਗੇ। ਕਹਿਣ ਦਾ ਮਤਲਬ ਆਪਸ਼ਨ ਡੀ ਹੈ ਜਿਹੜੀ ਉਹ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 1 ਦਾ ਹੀ ਭਾਗ ਪੰਜਵਾਂ, ਹੇਠਾਂ ਦਿੱਤੀਆਂ ਸਮੀਕਰਨਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ। ਆਪਾਂ ਸਾਰੀਆਂ ਸਮੀਕਰਨਾਂ ਨੂੰ ਥੋੜਾ ਸਰਲ ਕਰਾਂਗੇ, ਪਤਾ ਲੱਗ ਜਾਏਗਾ ਕਿ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ। ਇਹ ਜਿਹੜਾ x ਹੈ, ਜਦੋਂ ਆਪਾਂ ਇਹਦੇ ਨਾਲ ਮਲਟੀਪਲਾਈ ਕਰਾਂਗੇ x, ਇਹਦੇ ਨਾਲ x² ਬਣ ਜੂ। ਇਹੀ x ਜਦੋਂ ਸਾਂਝਾ ਹਰ ਬਣਨ ਉਪਰੰਤ ਸੱਜੇ ਪਾਸੇ ਜਾਊਗਾ ਤਾਂ ਉਹ 4x ਬਣ ਜੂ, ਯਾਨੀ ਕਿ 2 ਘਾਤ ਵਾਲਾ ਜਿਹੜਾ ਭਾਗ ਆ ਉਹ ਰਹੇਗਾ। ਇਸ ਕਰਕੇ ਇਹ ਦੋ ਘਾਤੀ ਹੈ। ਇਸ ਨੂੰ ਜੇ ਆਪਾਂ ਹੱਲ ਕਰਦੇ ਆ, ਇਹ ਵਾਲਾ x ਇਹਦੇ ਨਾਲ ਮਲਟੀਪਲਾਈ ਹੋ ਕੇ 3x ਦੀ 2 ਬਣ ਜੂਗਾ। ਫਿਰ ਇਹ ਵਾਲਾ x ਨੇ ਇੱਧਰ ਵੀ ਜਾ ਕੇ ਮਲਟੀਪਲਾਈ ਹੋਣਾ, ਜਦੋਂ ਸਾਂਝਾ ਹਰ x ਬਣ ਜੂਗਾ ਨਾ, ਇਹਦਾ ਹਰ ਸਮਾਨ ਕਰਕੇ ਉਸ x ਨੇ x ਦੀ 2 ਨਾਲ ਮਲਟੀਪਲਾਈ ਹੋ ਕੇ x ਦੀ ਘਾਤ 3 ਬਣ ਜਾਣਾ ਹੈ। ਇਹਦਾ ਮਤਲਬ ਉਹ x ਦੀ ਘਾਤ 3 ਬਣ ਗਈ। ਜਦੋਂ ਵੱਡੀ ਤੋਂ ਵੱਡੀ ਘਾਤ 2 ਤੋਂ ਵੱਧ ਹੈ ਜਾਂ 2 ਤੋਂ ਘੱਟ ਹੈ ਤਾਂ ਉਸਨੂੰ ਆਪਾਂ ਦੋ ਘਾਤੀ ਸਮੀਕਰਨ ਨਹੀਂ ਕਹਾਂਗੇ। ਤਾਂ ਜਿਹੜਾ ਤੁਹਾਡੀ B ਆਪਸ਼ਨ ਹੈ ਇਹ ਵਾਲੀ ਦੋ ਘਾਤੀ ਸਮੀਕਰਨ ਨਹੀਂ ਹੈ। ਪ੍ਰਸ਼ਨ ਨੰਬਰ 1 ਦਾ ਭਾਗ ਨੰਬਰ 6, AP -3, -5, -7 ਦਾ ਅਗਲਾ ਪਦ ਕੀ ਹੋਏਗਾ। ਨੈਕਸਟ ਟਰਮ ਕੀ ਹੈ। ਜਿਸ ਨੂੰ ਸੀਰੀਜ਼ ਨੂੰ ਅਸੀਂ ਧਿਆਨ ਨਾਲ ਵੇਖੀਏ ਤਾਂ ਅਗਲਾ ਜਿਹੜਾ ਪਦ ਹੈ ਉਹ -9 ਹੋਏਗਾ। ਚੱਕਰ ਨੂੰ 2 ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਕੀ ਕਹਿੰਦੇ ਹਨ। ਛੇਦਕ ਰੇਖਾ ਕਹਿੰਦੇ ਆ। ਤਾਂ ਇਸ ਢੰਗ ਨਾਲ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਸਹੀ ਤਰੀਕੇ ਨਾਲ ਸਮਝ ਚੁੱਕੇ ਹੋ। ਪ੍ਰਸ਼ਨ ਨੰਬਰ 1 ਦਾ ਭਾਗ 8ਵਾਂ, 4 ਵਾਰੀ sin² θ + 4 ਵਾਰੀ cos² θ ਕਾਹਦੇ ਬਰਾਬਰ ਹੈ। ਅਸੀਂ ਜੇ 4 ਕਾਮਨ ਕੱਢ ਦਈਏ ਤਾਂ ਬ੍ਰੈਕਟ ਦੇ ਵਿੱਚ ਹੋਏਗਾ sin² θ + cos² θ।
ਤਾਂ ਜਿਹੜਾ ਇਹ ਬ੍ਰੈਕਟ ਦੇ ਵਿੱਚ ਹੈ ਇਹਦਾ ਮਤਲਬ 1 ਹੁੰਦਾ ਹੈ, ਬਾਹਰਲੇ ਪਾਸੇ 4 ਹੈ, 4 ਗੁਣਾ 1 4। ਆਪਸ਼ਨ ਡੀ ਹੈ ਉਹ ਸਹੀ ਜਵਾਬ ਹੈ। ਇਸੇ ਹੀ ਪ੍ਰਸ਼ਨ ਦਾ ਭਾਗ ਨੰਬਰ 9 tan ਥੀਟਾ ਤਿਕੋਣ ਮਿਤੀ ਅਨੁਪਾਤ sin ਥੀਟਾ ਤੇ cos ਥੀਟਾ ਦੇ ਰੂਪ ਵਿੱਚ ਬਰਾਬਰ ਹੈ। ਇੱਥੇ ਪਿਆਰੇ ਵਿਦਿਆਰਥੀਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਅਨੁਪਾਤ ਆ ਉਹਨਾਂ ਦੇ ਨਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਿਖਦੇ ਹੁੰਦੇ sin ਥੀਟਾ, ਫਿਰ ਲਿਖਦੇ ਹੁੰਦੇ ਆ cos ਥੀਟਾ। ਪਹਿਲੇ ਬਟੇ ਦੂਜਾ ਕਰ ਦਈਏ ਤਾਂ ਉਹਦੇ ਨਾਲ ਤੀਜਾ ਅਨੁਪਾਤ ਹੁੰਦਾ ਹੈ tan ਥੀਟਾ, ਯਾਨੀ ਕਿ tan ਥੀਟਾ ਕਾਹਦੇ ਬਰਾਬਰ ਹੈ sin ਥੀਟਾ ਬਟੇ cos ਥੀਟਾ। ਆਪਸ਼ਨ ਬੀ ਹੈ ਜਿਹੜੀ ਸਹੀ ਜਵਾਬ। ਪ੍ਰਸ਼ਨ ਨੰਬਰ 1 ਦਾ ਹੀ ਭਾਗ 10ਵਾਂ ਗੋਲੇ ਦੀ ਸਤ੍ਹਾ ਦਾ ਖੇਤਰਫਲ ਅਤੇ ਘਣਫਲ ਦਾ ਅਨੁਪਾਤ ਕੀ ਹੋਵੇਗਾ। ਆਪਾਂ ਹੱਲ ਕਰਕੇ ਵੇਖਦੇ ਹਾਂ। ਸਤ੍ਹਾ ਦਾ ਖੇਤਰਫਲ ਹੁੰਦਾ ਹੈ 4 ਪਾਏ r ਸਕੁਅਰ, ਉਹਦੇ ਨਾਲ ਅਨੁਪਾਤ ਪਤਾ ਕਰਨਾ ਹੈ ਘਣਫਲ, ਗੋਲੇ ਦਾ ਘਣਫਲ 4/3 ਪਾਏ r ਦੀ ਘਾਤ 3। ਹੁਣ ਦੋਨੇ ਪਾਸੋਂ ਕਾਮਨ ਚੀਜ਼ 4 ਪਾਈ ਤੇ 4a ਤੇ ਪਾਈ, ਇਹ ਤਾਂ ਕੈਂਸਲ ਹੋ ਜਾਏਗਾ। r ਸਕੁਅਰ 2 ਵਾਰੀ ਹੈ, ਯਾਨੀ ਕਿ r ਦੀ ਘਾਤ 2 ਹੈ, ਕੱਟ ਦਈਏ 1 ਰਹਿ ਜੂ, ਇੱਥੇ r ਦੀ ਘਾਤ 3 ਹੈ, ਕੱਲਾ r ਰਹਿ ਜਾਏਗਾ। ਹੁਣ ਇੱਕ ਪਾਸੇ ਤਾਂ 1 ਹੈ ਤੇ ਦੂਜੇ ਪਾਸੇ r/3 ਹੈ। ਬਟਿਆਂ ਵਾਲਾ 3 ਜਦੋਂ 1 ਨਾਲ ਮਲਟੀਪਲਾਈ ਹੋ ਜਾਏ ਤਾਂ ਉਹ 3 ਬਣ ਜੂ, 3 ਅਨੁਪਾਤ r, ਯਾਨੀ ਕਿ ਪਹਿਲਾ A ਆਪਸ਼ਨ ਹੈ ਜਿਹੜਾ ਉਹ ਸਹੀ ਜਵਾਬ ਹੈ। ਭਾਗ ਨੰਬਰ 11 ਜਿਸ ਚੱਕਰ ਦਾ ਘੇਰਾ ਅਤੇ ਖੇਤਰਫਲ ਸੰਖਿਅਕ ਤੌਰ ਤੇ ਬਰਾਬਰ ਹਨ ਉਸ ਦਾ ਅਰਧ ਵਿਆਸ ਹੈ। ਇਹਨਾਂ ਚਾਰਾਂ ਚੋਂ ਕੋਈ ਆਪਾਂ ਲੱਭਣਾ ਹੈ, ਪਰ ਥੋੜਾ ਜਿਹਾ ਆਪਾਂ ਸਰਲ ਕਰੀਏ। ਘੇਰੇ ਦਾ ਸੂਤਰ ਹੁੰਦਾ 2 ਪਾਈ r, ਬਰਾਬਰ ਕਿਹਦੇ ਹੈ ਉਹ ਖੇਤਰਫਲ ਦਾ। ਖੇਤਰਫਲ ਦਾ ਸੂਤਰ ਹੁੰਦਾ ਹੈ ਪਾਈ r ਸਕੁਅਰ, ਕਿਉਂਕਿ ਗੱਲ ਕੀਤੀ ਹੈ ਚੱਕਰ ਦਾ ਘੇਰਾ ਤੇ ਖੇਤਰਫਲ। ਹੁਣ ਇਹ ਸਮੀਕਰਨ ਬਣ ਗਈ, ਇੱਧਰ ਪਾਈ ਹੈ ਉਧਰ ਵੀ ਪਾਈ ਕੈਂਸਲ, ਇੱਧਰ r ਇੱਕ ਵਾਰੀ ਹੈ ਉਧਰ r 2 ਵਾਰੀ ਹੈ, ਯਾਨੀ ਕਿ ਇੱਕ ਵਾਰੀ r ਇੱਧਰ ਰਹਿ ਗਈ, ਇੱਧਰਲੀ r ਕੱਟੀ ਗਈ। ਇੱਕ ਪਾਸੇ ਸਾਡੇ ਕੋਲ 2 ਪ੍ਰਾਪਤ ਰਹਿ ਜਾਏਗਾ, ਬਰਾਬਰ ਦੇ ਸੱਜੇ ਪਾਸੇ ਓਨਲੀ ਅਰਧ ਵਿਆਸ r ਰਹਿ ਜਾਏਗਾ, ਯਾਨੀ ਕਿ r ਦੀ ਵੈਲਿਊ ਇਕੁਅਲ ਟੂ 2, ਯਾਨੀ ਕਿ ਆਪਸ਼ਨ A ਵਾਲੀ ਜਿਹੜੀ B ਹੈ ਇਹ ਸਾਡਾ ਸਹੀ ਜਵਾਬ ਹੋਏਗਾ। ਇਸ ਤੋਂ ਅਗਲਾ ਭਾਗ ਹੈ 12ਵਾਂ। 10 ਵਿਦਿਆਰਥੀਆਂ ਨੂੰ ਦਿੱਤੇ ਗਏ ਗਣਿਤ ਵਿਸ਼ੇ ਦੇ ਟੈਸਟ ਵਿੱਚ ਹੇਠਾਂ ਲਿਖੇ ਅੰਕ ਰਿਕਾਰਡ ਕੀਤੇ ਗਏ ਹਨ। ਇਹ ਸਾਰੀ ਲਿਸਟ ਹੈ, ਸੂਚੀ ਹੈ, ਇਹਨਾਂ ਅੰਕੜਿਆਂ ਦਾ ਬਹੁਲਕ ਪਤਾ ਕਰੋ। ਪਿਆਰੇ ਵਿਦਿਆਰਥੀਓ ਜਿਹੜਾ ਅੰਕੜਾ ਬਹੁਤੇ ਵਾਰੀ ਆਇਆ ਉਹੀ ਬਹੁਲਕ ਹੈ, ਤਾਂ ਜਿਹੜਾ 20 ਅੰਕੜਾ 1 2 3 ਹੈ, ਬਾਕੀ ਕੋਈ ਵੀ ਅੰਕੜਾ ਇਹੋ ਜਿਹਾ ਨਹੀਂ ਜਿਹੜਾ 3 ਵਾਰੀ ਆਇਆ ਹੋਵੇ। B ਆਪਸ਼ਨ ਬਹੁਲਕ ਸਾਡਾ ਕੀ, ਯਾਨੀ ਕਿ ਮੋਡ ਇਜ਼ 20। ਪ੍ਰਸ਼ਨ ਨੰਬਰ 1 ਦਾ ਭਾਗ 13ਵਾਂ 13th ਦਿੱਤੇ ਗਏ ਚਿੱਤਰ ਵਿੱਚ x ਦਾ ਮੁੱਲ ਪਤਾ ਕਰੋ। ਐਕਚੁਅਲੀ ਇਹ ਇੱਕ ਸਮਕੋਣੀ ਤ੍ਰਿਕੋਣ ਹੈ, ਰਾਈਟ ਐਂਗਲ ਟ੍ਰਾਇੰਗਲ ਹੈ, ਜਿਹਦਾ ਬੇਸ x ਹੈ, ਪਰਪੈਂਡੀਕੂਲਰ 9 ਹੈ, ਹਾਈਪੋਟੈਨਿਊਜ਼ 15 ਹੈ। ਸਾਡੇ ਕੋਲ ਇੱਕ ਬੜੀ ਸਿੰਪਲ ਪਾਈਥਾਗੋਰਸ ਤ੍ਰਿਕੁਟ ਹੈ 3 4 5, ਜਿਹਦੇ ਵਿੱਚ ਇਹ ਹਾਈਪੋਟੈਨਿਊਜ਼ ਹੁੰਦਾ ਵੱਡੀ ਭੁਜਾ। ਅਸੀਂ ਇਸ ਤੋਂ ਅਨੇਕਾਂ ਪਾਈਥਾਗੋਰਸ ਤ੍ਰਿਕੁਟਾਂ ਤਿਆਰ ਕਰ ਸਕਦੇ ਹਾਂ ਪਹਾੜਿਆਂ ਦੀ ਹੈਲਪ ਨਾਲ। ਜਿਹੜਾ ਪਹਾੜਾ 3 ਲਈ ਪੜੋਗੇ 3 ਤੀਆ 9, ਉਹੀ ਪਹਾੜਾ 4 ਲਈ ਪੜ੍ਹ ਦੋ 4 ਤੀਏ 12, ਉਹੀ 5 ਲਈ ਪੜ੍ਹ ਦੋ 5 ਤੀਏ 15। ਤਾਂ ਜਿਸ ਤ੍ਰਿਕੋਣ ਦੇ ਵਿੱਚ ਇੱਕ ਬਾਹੀ 15 ਹੋਵੇ ਇੱਕ 9 ਹੋਵੇ, ਜਿਹੜੀ ਮਿਸਿੰਗ ਆ ਉਹ 12 ਹੋਊਗੀ, ਯਾਨੀ ਕਿ x ਦਾ ਮੁੱਲ ਕਿੰਨਾ ਹੋਏਗਾ 12। ਤਾਂ ਇਹ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 1 ਦਾ ਹੀ ਭਾਗ 14ਵਾਂ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸੰਭਾਵਨਾ ਦਾ ਮੁੱਲ ਨਹੀਂ ਹੋ ਸਕਦਾ। ਸਾਨੂੰ ਪਤਾ ਹੈ ਕਿ ਸੰਭਾਵਨਾ ਦਾ ਮੁੱਲ ਨਾ ਤਾਂ 1 ਤੋਂ ਵੱਡਾ ਹੋ ਸਕਦਾ ਹੈ ਤੇ ਨਾ 0 ਤੋਂ ਛੋਟਾ ਹੋ ਸਕਦਾ ਹੈ। ਜਿਹੜਾ ਰਿਣਾਤਮਕ ਜਿਹੜੀ ਸੰਖਿਆ ਹੈ ਉਹ 0 ਤੋਂ ਛੋਟੀ ਹੁੰਦੀ ਹੈ। ਇਹ ਹੀ ਆਪਸ਼ਨ B ਹੀ ਸਹੀ ਹੈ, ਇਹ ਸੰਭਾਵਨਾ ਦਾ ਮੁੱਲ ਨਹੀਂ ਹੋ ਸਕਦਾ। ਭਾਗ 15ਵਾਂ ਪ੍ਰਸ਼ਨ ਨੰਬਰ 1 ਬਿੰਦੂ 0,6 ਕਿੱਥੇ ਸਥਿਤ ਹੈ। ਪਿਆਰੇ ਵਿਦਿਆਰਥੀਓ ਭੁਜ ਜਾਂ ਕੋਟੀ ਵਿੱਚੋਂ ਇੱਕ ਮੁੱਲ 0 ਹੋਵੇ ਤਾਂ ਉਹ ਜ਼ਰੂਰ ਹੀ ਬਿੰਦੂ ਕਿਸੇ ਧੁਰੇ ਤੇ ਸਥਿਤ ਹੁੰਦਾ ਹੈ। ਹੁਣ ਕਿਹੜੇ ਧੁਰੇ ਤੇ ਸਥਿਤ ਹੁੰਦਾ ਹੈ? ਉਸੇ ਧੁਰੇ ਤੇ ਸਥਿਤ ਹੋਊਗਾ ਜਿੱਥੇ ਬਿਨਾਂ 0 ਵਾਲਾ ਮੁੱਲ ਹੈ। ਭੁਜ ਆਪ 0 ਹੈ ਤੇ ਬਿਨਾਂ 0 ਵਾਲਾ ਕੋਟੀ ਹੈ। ਕੋਟੀ y ਧੁਰੇ ਨੂੰ ਕਹਿੰਦੇ ਆ, ਇਹਦਾ ਮਤਲਬ y ਧੁਰੇ ਤੇ ਸਥਿਤ ਹੋਏਗਾ। D ਆਪਸ਼ਨ ਹੈ ਸਹੀ ਜਵਾਬ। ਪ੍ਰਸ਼ਨ ਨੰਬਰ 1 ਦਾ ਹੀ ਭਾਗ ਨੰਬਰ 16 ਜੇਕਰ ਸਮੀਕਰਨ kx + 4y = 10 ਅਤੇ 2x - 2y = 2 ਦਾ ਇੱਕ ਹੀ ਹੱਲ ਹੈ ਤਾਂ k ਦਾ ਮੁੱਲ ਪਤਾ ਕਰੋ। ਫਿਰ ਵਿਦਿਆਰਥੀਓ ਇਸ ਦੀ ਆਪਸ਼ਨ ਜਿਹੜੀ ਹੈ ਉਹ ਸਹੀ ਹੈ B, k ਬਰਾਬਰ ਨਹੀਂ ਹੋਣਾ ਚਾਹੀਦਾ -4।
ਤੁਸੀਂ ਇਹਨੂੰ ਹੱਲ ਕਰਕੇ ਵੀ ਪਤਾ ਕਰ ਸਕਦੇ ਹੋ। ਸਾਡੇ ਕੋਲੇ ਗੁਣਾਂਕ ਜਿਹੜੇ ਹੁੰਦੇ ਆ ਉਹਨਾਂ ਦੀ ਕੀ ਸਥਿਤੀ ਹੁੰਦੀ ਹੈ ਜਦੋਂ ਇੱਕ ਹੀ ਹੱਲ ਹੋਵੇ, a1 ਬਟੇ a2 ਬਰਾਬਰ ਨਹੀਂ ਹੋਣਾ ਚਾਹੀਦਾ b1 ਬਟੇ b2। ਅਸੀਂ a1 ਦਾ ਮੁੱਲ k, a2 ਦਾ ਮੁੱਲ ਸਮੀਕਰਨਾਂ ਚੋਂ ਹੀ 2, ਫਿਰ b1 ਬਟੇ b2 ਦਾ ਮੁੱਲ ਲਿਖਾਂਗੇ, ਬਰਾਬਰ ਨਹੀਂ ਹੈ ਤਾਂ ਚਿੰਨ੍ਹ ਪਾਵਾਂਗੇ। ਜਦੋਂ ਇਹਨੂੰ ਹੱਲ ਕਰਾਂਗੇ ਇੱਕ ਪਾਸੇ k ਰਹਿ ਜਾਏਗਾ, ਦੂਜੇ ਪਾਸੇ -4, ਯਾਨੀ ਕਿ k ਬਰਾਬਰ ਨਹੀਂ ਹੋਣਾ ਚਾਹੀਦਾ -4। ਪ੍ਰਸ਼ਨ ਨੰਬਰ 2 ਭਾਗ ਪਹਿਲਾ, ਸਮੀਕਰਨ x ਬਰਾਬਰ 4 ਦਾ ਆਲੇਖ ਇੱਕ ਰੇਖਾ ਹੈ ਜੋ y ਧੁਰੇ ਦੇ ਸਮਾਨਾਂਤਰ ਹੁੰਦੀ ਹੈ। ਇਹ ਬਿਲਕੁਲ ਸਹੀ ਹੈ। ਜਦੋਂ ਵੀ ਤੁਸੀਂ ਇਸ ਸਮੀਕਰਨ ਨੂੰ ਦੋ ਚਲਨਾਂ 'ਚ ਤਬਦੀਲ ਕਰਕੇ ਇਹਦਾ ਗ੍ਰਾਫ ਬਣਾਉਣਾ ਚਾਹੋਗੇ, y ਦੇ ਮੁੱਲ ਅਸੀਂ ਬਦਲੀ ਜਾਵਾਂਗੇ 0 1 2 3 4, ਪਰ x ਫਿਕਸ ਹੈ 4 ਹੈ। ਤਾਂ ਜਦੋਂ x ਦਾ ਮੁੱਲ 4 ਹੈ ਤਾਂ ਉਹ ਜਿਹੜੀ ਗ੍ਰਾਫ ਲਾਈਨ ਬਣੂਗੀ ਉਹ ਖੜਵੇਂ ਧੁਰੇ y ਧੁਰੇ ਦੇ ਸਮਾਨਾਂਤਰ ਹੋਵੇਗੀ। ਇਸ ਹੀ ਪ੍ਰਸ਼ਨ ਦਾ ਦੂਸਰਾ ਭਾਗ, ਜੇਕਰ ਸਮੀਕਰਨ ax ਸਕੁਅਰ ਪਲੱਸ bx ਪਲੱਸ c ਬਰਾਬਰ 0 ਦੇ ਮੂਲ ਸੰਭਵ ਨਹੀਂ ਹਨ। ਦੋ ਘਾਤੀ ਸਮੀਕਰਨ ਦੇ ਮੂਲ ਕਦੋਂ ਸੰਭਵ ਨਹੀਂ ਹੁੰਦੇ? ਜਦੋਂ ਡਿਸਕ੍ਰਿਮੀਨੈਂਟ ਬਰਾਬਰ 0 ਹੋਵੇ। ਇਹਨਾਂ ਨੇ ਕੀ ਲਿਖਿਆ? ਡਿਸਕ੍ਰਿਮੀਨੈਂਟ ਗ੍ਰੇਟਰ ਦੈਨ ਐਂਡ ਇਕੁਅਲ ਟੂ ਜਾਂ ਔਰ ਇਕੁਅਲ ਟੂ 0 ਹੁੰਦਾ ਹੈ। ਇਹ ਗਲਤ ਹੈ। ਐਕਚੁਅਲੀ ਇਹ ਪੱਕੀ ਗੱਲ ਹੈ, ਡਿਸਕ੍ਰਿਮੀਨੈਂਟ ਇਕੁਅਲ ਟੂ 0 ਹੀ ਹੋਣਾ ਚਾਹੀਦਾ ਹੈ। ਉਸ ਵੇਲੇ ਮੂਲ ਸੰਭਵ ਨਹੀਂ ਹੁੰਦੇ, ਇਸ ਕਰਕੇ ਇਹ ਕਥਨ ਗਲਤ ਹੈ। ਕੁਐਸਚਨ ਨੰਬਰ 2 ਦਾ ਭਾਗ ਤੀਸਰਾ, ਪਹਿਲੀਆਂ n ਧਨਾਤਮਕ ਸੰਪੂਰਨ ਸੰਖਿਆਵਾਂ ਦਾ ਜੋੜਫਲ n × n+1/2 ਹੁੰਦਾ ਹੈ। ਬਿਲਕੁਲ ਸਹੀ ਹੈ, ਇਹ ਯਾਦ ਕਰ ਲਓ। NTSC ਵਾਸਤੇ ਵੀ ਇੰਪੋਰਟੈਂਟ ਕੁਐਸਚਨ ਹੈ। ਭਾਗ ਚੌਥਾ, ਕਿਸੇ ਬਿੰਦੂ ਦੀ y ਧੁਰੇ ਤੋਂ ਦੂਰੀ ਭੁਜ ਅਖਵਾਉਂਦੀ ਹੈ। ਬਿਲਕੁਲ ਸਹੀ, y ਧੁਰੇ ਤੋਂ ਦੂਰੀ ਭੁਜ ਦਾ ਹੀ ਮੁੱਲ ਹੁੰਦਾ ਹੈ। ਇਸ ਤੋਂ ਅਗਲਾ ਭਾਗ ਹੈ cos ਥੀਟਾ, cos ਅਤੇ ਥੀਟਾ ਦਾ ਗੁਣਨਫਲ ਹੈ। ਬਿਲਕੁਲ ਗਲਤ। cos ਦੇ ਨਾਲ ਜਿਹੜਾ ਥੀਟਾ ਲਿਖਿਆ ਹੈ ਇਹ ਤਾਂ ਐਕਚੁਅਲੀ ਸੰਬੰਧਿਤ ਅਨੁਪਾਤ ਦੇ ਨਾਲ ਥੀਟਾ ਯਾਨੀ ਕਿ ਕੋਣ ਦੀ ਵੈਲਿਊ ਹੈ, ਇਹ ਆਪਸ 'ਚ ਗੁਣਨਫਲ ਨਹੀਂ ਹੁੰਦਾ, ਇਸ ਕਰਕੇ ਇਸ ਨੂੰ ਅਸੀਂ ਗਲਤ ਕਹਾਂਗੇ। ਪ੍ਰਸ਼ਨ ਨੰਬਰ 2 ਦਾ ਹੀ ਭਾਗ 6ਵਾਂ, ਜੇਕਰ PE ਬਾਰ E ਨਹੀਂ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ। ਸਾਡੇ ਕੋਲ ਆਹ ਇਕੁਏਸ਼ਨ ਹੈ, ਇੱਕ ਹੋਣ ਦੀ ਹੋਵੇ ਤੇ ਇੱਕ ਨਾ ਹੋਣ ਦੀ ਹੋਵੇ, ਦੋਹਾਂ ਦਾ ਜੋੜਫਲ 0 ਹੁੰਦਾ ਹੈ। ਬਿਲਕੁਲ ਸਹੀ ਹੈ। ਸਪਰਸ਼ ਰੇਖਾ ਅਤੇ ਚੱਕਰ ਦੇ ਸਾਂਝੇ ਬਿੰਦੂ ਨੂੰ ਚਾਪ ਕਹਿੰਦੇ ਹਨ। ਗਲਤ। ਸਪਰਸ਼ ਬਿੰਦੂ ਕਹਿੰਦੇ ਆ, ਸਪਰਸ਼ ਬਿੰਦੂ ਅਤੇ ਚੱਕਰ ਦਾ ਸਾਂਝਾ ਬਿੰਦੂ ਜਿਹੜਾ ਹੁੰਦਾ ਹੈ। ਇਸ ਤੋਂ ਅਗਲਾ ਭਾਗ 8ਵਾਂ, ਬੇਲਣ ਦਾ ਆਇਤਨ πr² h ਹੁੰਦਾ ਹੈ। ਬਿਲਕੁਲ ਸਹੀ। ਆਧਾਰ ਦਾ ਖੇਤਰਫਲ ਗੁਣਾ ਉਚਾਈ ਬੇਲਣ ਦਾ ਆਇਤਨ ਹੁੰਦਾ ਹੈ। ਬਿਲਕੁਲ ਸਹੀ। ਪ੍ਰਸ਼ਨ ਨੰਬਰ 3 ਤੇ ਪਹੁੰਚ ਚੁੱਕੇ ਹਾਂ। ਸ਼ੁਰੂ ਕਰਦੇ ਹਾਂ ਇਸ ਦੇ ਪਹਿਲੇ ਭਾਗ ਤੋਂ। ਭਾਗ ਪਹਿਲਾ, ਜਦੋਂ ਦੋ ਸਮੀਕਰਨਾਂ ਦੇ ਆਲੇਖ ਆਪਸ ਵਿੱਚ ਨਹੀਂ ਕੱਟਣ, ਇੱਥੇ ਲਿਖਣਾ ਚਾਹੀਦਾ ਸੀ ਵੀ ਦੋਨੇ ਪਾਸੇ ਵਧਾਏ ਤੋਂ ਵੀ ਨਾ ਕੱਟਣ, ਤਾਂ ਸਮੀਕਰਨਾਂ ਦਾ ਜੋੜਾ ਅਸੰਗਤ ਹੋਏਗਾ। ਕੋਈ ਸੰਗਤ ਨਹੀਂ ਕਰਦੀ, ਉਹਨਾਂ ਦੀ ਲਾਈਨ ਦੂਰ ਦੂਰ ਰਹਿੰਦੀ ਆ ਹਮੇਸ਼ਾ ਹੀ, ਤਾਂ ਉੱਥੇ ਅਸੀਂ ਲਿਖਾਂਗੇ ਅਸੰਗਤ ਹੋਵੇਗਾ। ਅਗਲਾ ਦੂਸਰਾ ਪ੍ਰਸ਼ਨ, ਸਾਰੇ ਵਰਗ ਸਮਰੂਪ ਹੁੰਦੇ ਹਨ। ਸਮਰੂਪ ਹੁੰਦੇ ਹਨ, ਵੱਡੇ ਛੋਟੇ ਹੋ ਸਕਦੇ ਆ ਪਰ ਰੂਪ ਸਮਾਨ ਹੁੰਦਾ ਹੈ, ਸਮਰੂਪ ਹੁੰਦੇ ਹਨ। ਤੀਸਰਾ ਭਾਗ ਹੈ, ਜੇਕਰ ਕਿਸੇ ਤ੍ਰਿਭੁਜ ਦਾ ਖੇਤਰਫਲ 0 ਵਰਗ ਇਕਾਈਆਂ ਹੈ ਤਾਂ ਉਸ ਦੇ ਸਿਖਰ ਸਮਰੇਖੀ ਹੋਣਗੇ। ਕਿਉਂਕਿ ਜਦੋਂ ਤਿੰਨ ਸਮਰੇਖੀ ਬਿੰਦੂਆਂ ਨੂੰ ਲਗਾਤਾਰਤਾ ਵਿੱਚ ਮਿਲਾਉਣੇ ਆ, ਜਿਵੇਂ ਆਪਾਂ 3 ਬਿੰਦੂ ਲੈ ਲਏ, ਤਾਂ ਇਹਦੇ ਨਾਲ ਬੰਦ ਚਿੱਤਰ ਤਿਆਰ ਨਹੀਂ ਹੁੰਦਾ, ਤਾਂ ਉਹ ਜੇ ਆਪਾਂ ਉਹਨੂੰ ਤਿਕੋਣ ਕਹਿੰਦੇ ਵੀ ਹੈ ਤਾਂ ਉਹਦਾ ਖੇਤਰਫਲ 0 ਹੋ ਗਿਆ, ਕਿਉਂਕਿ ਇਹਦੇ ਨਾਲ ਬੰਦ ਚਿੱਤਰ ਤਿਆਰ ਨਹੀਂ ਹੋਇਆ। ਅਗਲਾ ਭਾਗ, ਕੋਸੈਕ ਸਕੁਅਰ ਥੀਟਾ ਮਾਈਨਸ ਕਾਟ ਸਕੁਅਰ ਥੀਟਾ ਬਰਾਬਰ 1 ਹੈ। ਫਿਰ ਵਿਦਿਆਰਥੀਓ, ਇਹ ਵਰਗਾਂ ਵਾਲੀਆਂ ਜਿਹੜੀਆਂ ਤਤਸਮਕਾਂ ਹੈ, ਚੰਗੀ ਤਰ੍ਹਾਂ ਯਾਦ ਕਰੋਗੇ। ਉਹਨਾਂ ਨੂੰ ਉਲਟ ਪੁਲਟ ਕਰਕੇ ਲਿਖਿਆ ਹੋ ਸਕਦਾ ਹੈ। ਆਪਾਂ ਉਹਨਾਂ ਨੂੰ ਜੇ ਇੱਕ ਵਾਰੀ ਚੰਗੀ ਤਰ੍ਹਾਂ ਯਾਦ ਕਰ ਲਈਏ ਤਾਂ ਉਹ ਕਿਸੇ ਵੀ ਰੂਪ 'ਚ ਆ ਜਾਏ, ਆਪਾਂ ਉਹਨਾਂ ਦਾ ਸਹੀ ਉੱਤਰ ਪਤਾ ਕਰ ਸਕਦੇ ਹਾਂ। ਅਗਲਾ ਭਾਗ 5ਵਾਂ, ਵਰਗਮੂਲ 5 ਅਪਰਮੇय ਸੰਖਿਆ ਹੈ, ਇਰੈਸ਼ਨਲ ਨੰਬਰ ਹੈ, ਅਪਰਮੇय ਸੰਖਿਆ ਹੈ। ਇਸੇ ਹੀ ਪ੍ਰਸ਼ਨ ਦਾ ਭਾਗ ਨੰਬਰ 6,
ਦਿੱਤੇ ਗਏ ਚਿੱਤਰ ਵਿੱਚ ਖਿਡੌਣਾ ਡੈਸ਼ ਅਤੇ ਡੈਸ਼ ਦੇ ਸੰਯੋਜਨ ਨਾਲ ਪ੍ਰਾਪਤ ਹੋਇਆ ਹੈ। ਉੱਪਰਲਾ ਭਾਗ ਇੱਕ ਸ਼ੰਕੂ ਹੈ, ਥੱਲੜਾ ਭਾਗ ਅਰਧ ਗੋਲਾ ਹੈ। ਤਾਂ ਕੀ ਕਾਹਦੇ ਨਾਲ ਬਣਿਆ ਖਿਡੌਣਾ? ਖਿਡੌਣਾ ਸ਼ੰਕੂ ਯਾਨੀ ਕਿ ਕੋਣ, ਅਤੇ ਥੱਲੜਾ ਕੀ ਹੈ? ਅਰਧ ਗੋਲਾ। ਇਹ ਦੋਨਾਂ ਨੂੰ ਮਿਲਾ ਕੇ ਦੋਨਾਂ ਦੇ ਸੰਯੋਜਨ ਨਾਲ ਇਹ ਤਰ੍ਹਾਂ ਦਾ ਜਿਹੜਾ ਖਿਡੌਣਾ ਉਹ ਪ੍ਰਾਪਤ ਹੋਇਆ ਹੈ। ਇਸੇ ਹੀ ਪ੍ਰਸ਼ਨ ਤੀਜੇ ਦਾ ਭਾਗ ਨੰਬਰ 7 ਅਸੰਭਵ ਘਟਨਾ ਦੀ ਸੰਭਾਵਨਾ 0 ਹੁੰਦੀ ਹੈ। ਬੋਲਕ ਬਰਾਬਰ ਹੈ ਡੈਸ਼ ਮੱਧਿਕਾ ਮਾਈਨਸ ਡੈਸ਼ ਮੱਧਮਾਨ। ਪਿਆਰੇ ਵਿਦਿਆਰਥੀਓ, 3 ਵਾਰੀ ਮੱਧਿਕਾ ਉਹਦੇ ਚੋਂ ਘਟਾ ਦਈਏ 2 ਵਾਰੀ ਮੱਧਮਾਨ, ਬਣ ਜਾਂਦਾ 1 ਵਾਰੀ ਬੋਲਕ। ਤਾਂ ਇਹ ਬੜੀ ਇੰਪੋਰਟੈਂਟ ਜਿਹੜੀ ਹੈਗੀ ਹੈ ਇਕੁਏਸ਼ਨ ਹੈ। ਇਹਨੂੰ ਇਸ ਤਰ੍ਹਾਂ ਵੀ ਲਿਖਿਆ ਆ ਸਕਦਾ ਹੈ, ਇੱਕ ਪਾਸੇ ਹੁੰਦਾ 3 ਵਾਰੀ ਮੱਧਿਕਾ, ਉਧਰਲੇ ਪਾਸੇ 1 ਵਾਰੀ ਦੂਆ ਲਿਖ ਲਓ ਤੇ 1 ਵਾਰੀ ਏਕਾ ਲਿਖ ਲਓ। ਦੂਏ ਦੇ ਨਾਲ ਲਿਖ ਦਿਓ ਮੱਧਮਾਨ ਪਲੱਸ ਏਕੇ ਦੇ ਨਾਲ ਲਿਖ ਦਿਓ ਬੋਲਕ। ਇਹ ਵੀ 2 ਤੇ 1 3 ਬਣ ਗਏ, ਇੱਧਰ ਵੀ 3 ਹੈ। ਹੁਣ ਜੇ ਬੋਲਕ ਨੂੰ ਇੱਥੇ ਰੱਖ ਲਈਏ, ਮੱਧਮਾਨ ਉੱਧਰ ਜਾ ਕੇ ਮਾਈਨਸ ਹੋ ਜੂ, ਯਾਨੀ ਕਿ ਬੋਲਕ ਬਰਾਬਰ ਹੈ 3 ਵਾਰੀ ਮੱਧਿਕਾ ਮਾਈਨਸ 2 ਵਾਰੀ ਮੱਧਮਾਨ। ਇਸ ਦੇ ਨਾਲ ਹੀ ਇਸ ਨਮੂਨੇ ਦੇ ਪ੍ਰਸ਼ਨ ਪੱਤਰ ਦੇ ਇੱਕ ਅੰਕਾਂ ਦੇ ਹੱਲ ਵਾਲਾ ਭਾਗ ਸਮਾਪਤ ਹੁੰਦਾ ਹੈ। ਜਿਹੜੇ ਵਿਦਿਆਰਥੀਆਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ, ਕਿਰਪਾ ਕਰਕੇ ਕਰ ਲਓ। ਇਹ ਵਾਲੇ ਜਿਹੜੇ ਪ੍ਰਸ਼ਨ ਹੈ ਤੁਹਾਨੂੰ ਆਉਣ ਵਾਲੀਆਂ ਭਵਿੱਖ ਦੀਆਂ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੇ ਵਿੱਚ ਕੰਮ ਆਉਣ ਵਾਲੇ ਨੇ। ਤੁਹਾਡੀ NTSC ਦੀ ਪ੍ਰੀਖਿਆ ਹੋਵੇ ਜਾਂ ਤੁਹਾਡੀ ਹੋਰ ਕੋਈ ਮੁਕਾਬਲੇ ਦੀ ਪ੍ਰੀਖਿਆ ਹੋਵੇ, ਸਾਲਾਨਾ ਇਮਤਿਹਾਨ ਹੋਣ, ਸਾਰਿਆਂ ਦੇ ਵਿੱਚ ਕੰਮ ਆਉਣਾ ਹੈ। ਕਿਰਪਾ ਕਰਕੇ ਬਹੁਤ ਧਿਆਨ ਨਾਲ ਵੀਡੀਓ ਨੂੰ ਵੇਖੋ ਤੇ ਵੱਧ ਤੋਂ ਵੱਧ ਲਾਭ ਉਠਾਓ। ਬਹੁਤ ਬਹੁਤ ਧੰਨਵਾਦ।